Subscribe to our YouTube channel. Press the bell icon to get the latest updates. ਲੱਖਾਂ ਹੀ ਪੰਜਾਬੀ ਆਸ ਕਰਦੇ ਆਸ ਔਰ ਰਾਜਨੀਤੀ ਦੇ ਵਿੱਚ ਜਦ ਤੱਕ ਸਵਾਸ ਹੈ ਤਦ ਤੱਕ ਆਸ ਹੈ। ਰਾਜਨੀਤੀ ਦੇ ਵਿੱਚ ਦੋ ਸ਼ਬਦ ਬੜੇ ਇੰਪੋਰਟੈਂਟ ਨੇ, ਇੱਕ ਆਸ ਦੇਸ਼ ਵਿਦੇਸ਼ ਤੋਂ ਪਲੀਜ਼ ਸਦਭਾਵਨਾ ਭਾਵਨਾ ਦੇ ਨਾਲ ਜੁੜੇ ਹੋਏ ਲੱਖਾਂ ਹੀ ਪੰਜਾਬੀ ਆਸ ਕਰਦੇ ਆਸ ਔਰ ਰਾਜਨੀਤੀ ਦੇ ਵਿੱਚ ਜਦ ਤੱਕ ਸਵਾਸ ਹੈ ਤਦ ਤੱਕ ਆਸ ਹੈ। ਰਾਜਨੀਤੀ ਦੇ ਵਿੱਚ ਦੋ ਸ਼ਬਦ ਬੜੇ ਇੰਪੋਰਟੈਂਟ ਨੇ, ਇੱਕ ਆਸ ਉਮੀਦ ਤੇ ਦੂਜਾ ਵਿਸ਼ਵਾਸ। ਜਦ ਤੱਕ ਮੇਰੇ ਅੰਦਰ ਸਵਾਸ ਹੈ ਨਾ, ਮੈਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਦਿੰਦਾ, ਜਿੰਨੀ ਕੁ ਮੇਰੀ ਜ਼ਿੰਦਗੀ ਰਹਿ ਗਈ, ਰੱਬ ਨੇ ਮੇਰੇ ਪਹਿਲੇ 55 ਸਾਲ ਕੋਈ ਐਸੇ ਅਰਮਾਨ ਨਹੀਂ ਛੱਡੇ ਜਿਨ੍ਹਾਂ ਨੂੰ ਖੰਭ ਨਾ ਲਾਏ ਤੇ ਟੀਸੀਆਂ ਤੇ ਨਹੀਂ ਪਹੁੰਚਾਇਆ। ਲੇਕਿਨ ਹੁਣ ਜਿਹੜੀ ਇਹ 57 ਔਨਵਰਡਸ ਜਿੰਨੀ ਕੁ ਜ਼ਿੰਦਗੀ ਰਹਿ ਗਈ ਹੈ, ਮੈਂ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦ ਤੱਕ ਮੈਂ ਜੀਊਂਗਾ ਤੁਹਾਡੀ ਆਸ ਔਰ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦਿਆਂ। ਇਹ ਟੁੱਟੇਗਾ ਨਹੀਂ। ਦੁਨੀਆ ਇਹੋ ਜਿਹੇ ਭਵਾਂ ਹੋ ਜੇ, ਸ਼ੇਰ ਜੋ ਕਰਦਾ ਨਾ ਆਪਦੀ ਪੂਰੀ ਤਾਕਤ ਲਾ ਕੇ ਕਰਦਾ, ਕਦੇ ਅਧੂਰਾ ਨਹੀਂ ਕਰਦਾ। ਦੂਜੀ ਗੱਲ, ਸ਼ੇਰਾਂ ਨਾਲੋਂ ਵੱਧ ਸ਼ੇਰ ਦਾ ਉਹ ਅਹਿਸਾਸ ਨਹੀਂ ਹੁੰਦਾ ਜਿਹੜਾ ਇੱਕ ਇਨਸਾਨ ਦਾ ਹੁੰਦਾ, ਤੇ ਇਨਸਾਨ ਦੇ ਅਹਿਸਾਸਾਂ ਚੋਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇਸ਼ਕ। ਲੋਕ ਮਹਿਬੂਬਾ ਵਾਲਾ ਇਸ਼ਕ ਦੇਖਦੇ ਆ, ਮੈਂ ਸੂਬੇ ਵਾਲਾ ਦੇਖਦਾ, ਸ਼ਹੀਦ ਆਜ਼ਮ ਭਗਤ ਸਿੰਘ ਵਾਲਾ ਦੇਖਦਾ। ਇਸ਼ਕ ਬਦਲੇ 'ਚ ਕੁਛ ਮੰਗਦਾ ਨਹੀਂ। ਮਾਂ ਬਾਪ ਦੀ ਜਿਹੜੀ ਭਾਵਨਾ ਹੈ ਉਹ ਬਹੁਤ ਵੱਡੀ ਹੁੰਦੀ ਹੈ, ਕਿਉਂਕਿ ਮਾਂ ਬਾਪ ਦੋ ਸ਼ਖਸ ਐਸੇ ਆ ਜਿਹੜੇ ਆਪਦੀ ਔਲਾਦ ਨੂੰ ਹਫ਼ਤੇ ਤੋਂ ਉੱਚਾ ਦੇਖ ਕੇ ਖੁਸ਼ ਨੇ। ਉਹ ਪ੍ਰਕਾਸ਼ਠਾ ਜਿਹੜੀ ਹੈ ਅੱਜ ਮੇਰੀਆਂ ਰਗਾਂ ਦੇ ਵਿੱਚ ਦੇਸ਼ ਭਗਤੀ ਬਣ ਕੇ ਵਲਦੀ ਹੈ, ਔਰ ਇਹ ਦੇਸ਼ ਭਗਤੀ ਕੋਈ ਆਸਾਨ ਨਹੀਂ। ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਇਹ ਤੁਹਾਡੇ ਲਈ ਕਰ ਰਿਹਾ ਜਾਂ ਕਿਸੇ ਪੰਜਾਬੀ ਲਈ ਕਰ ਰਿਹਾ। ਮੈਨੂੰ ਇਹ ਲੱਗਦਾ ਹੈ ਵੀ ਮੈਂ ਇਸ ਮਿੱਟੀ ਦਾ ਰਿਣ ਲਾ ਰਿਹਾ ਔਰ ਸਭ ਤੋਂ ਵੱਧ ਆਪਣੇ ਲਈ ਕਰ ਰਿਹਾ, ਆਪਦੇ ਲਈ ਕਰ ਰਿਹਾ। ਮੈਂ ਕਦੇ ਜਿਤਾਇਆ ਨਹੀਂ, ਮੈਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ। ਅੱਛਾ, ਲੋਕਾਂ ਕੋਲ ਮੇਰੇ ਖਿਲਾਫ ਬੋਲਣ ਨੂੰ ਕੁਛ ਹੁੰਦਾ ਨਹੀਂ, ਇਸ ਕਰਕੇ ਧੂੜ 'ਚ ਟੱਟੂ ਉਡਾਈ ਜਾਂਦੇ। ਕੋਈ ਕਹੀ ਜਾਂਦੇ ਆ ਜੀ ਮੁੱਖ ਮੰਤਰੀ ਕੋਈ ਫਲਾਣਾ, ਮਤਲਬ ਇੱਥੇ ਕਾਉਂਸਲਰ ਤੋਂ ਉੱਤੇ ਐਮਐਲਏ ਹੁੰਦਾ, ਐਮਐਲਏ ਤੋਂ ਉੱਤੇ ਫਿਰ ਪਤਾ ਨਹੀਂ ਕਿੰਨਾ ਕੁਝ ਹੁੰਦਾ। ਇਹ ਸ਼ੁਰੂ ਹੀ ਮੁੱਖ ਮੰਤਰੀ ਤੋਂ ਕਰਦੇ। ਲੇਕਿਨ ਮੈਂ ਇਹ ਕਹਿਣਾ ਕਿ ਤੁਹਾਡੀ ਮੇਰੀ ਸਾਂਝ ਕਿਸੇ ਅਹੁਦੇ ਦੀ ਨਹੀਂ, ਕਿਸੇ ਪਦਵੀ ਦੀ ਨਹੀਂ, ਤੁਹਾਡੀ ਔਰ ਮੇਰੀ ਸਾਂਝ ਬਦਲਾਵ ਦੀ ਹੈ। ਪੰਜਾਬ ਨੂੰ ਬਦਲਣਾ ਕਿਵੇਂ ਹੈ? ਇਸ ਬਦਹਾਲੀ ਵਾਲੇ ਪੰਜਾਬ ਨੂੰ ਖੁਸ਼ਹਾਲੀ ਦੀ ਰਾਹ ਤੇ ਲਿਆਉਣਾ ਕਿਵੇਂ ਹੈ? ਹਰ ਬੰਦਾ ਕਿਤੇ ਨਾ ਕਿਤੇ ਸ਼ਿਕਾਇਤ ਕਰਦਾ ਹੈ, ਹਰ ਬੰਦਾ ਕਿਤੇ ਨਾ ਕਿਤੇ ਕੁਰੀਤੀਆਂ ਦੱਸਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਦੇਰ ਲਾਈ, ਮੈਨੂੰ ਢਾਈ ਗਿਆ, ਪਰ ਜੱਟ ਨੇ ਕੋਈ ਸ਼ਿਕਾਇਤ ਕੀਤੀ? ਜਦੋਂ ਮੌਕਾ ਆਇਆ ਮੈਂ ਸ਼ਿਕਸਤ ਦਿੱਤੀ, ਜਲੇਬੀਆਂ ਨੂੰ ਇਕੱਠਾ ਕਰਕੇ ਆਓ ਮਰਿਆ ਭਗਾ। ਇਹ ਪਰਮਾਤਮਾ ਭਾਗ ਲਾਉਂਦਾ ਹੀ ਲਾਉਂਦਾ ਹੈ ਜਿਹਦੀ ਨਿਸ਼ਠਾ ਸੱਚੀ ਹੁੰਦੀ ਹੈ। ਕਰਤਾਰਪੁਰ ਵਾਲਾ ਲਾਂਘਾ ਸਾਰੇ ਕਹਿੰਦੇ ਅਸੰਭਵ ਹੈ, ਇਹ ਸੰਭਵ ਹੀ ਨਹੀਂ, ਇਹ ਹੋ ਹੀ ਨਹੀਂ ਸਕਦਾ। ਖੁੱਲਿਆ ਕਿ ਨਾ ਖੁੱਲਿਆ? ਕੈਪਟਨ ਅਮਰਿੰਦਰ ਸਿੰਘ, ਉਹ ਨਹੀਂ ਜੀ ਇਹਨੂੰ ਨਹੀਂ ਕੋਈ ਲਾ ਸਕਦਾ, ਇਹ ਤੇ ਉਤਰਨਾ ਹੀ ਨਹੀਂ, ਮਤਲਬ ਹੀ ਨਹੀਂ। ਘਰ ਵਾਲੀ ਨਹੀਂ ਸੀ ਨਾਲ ਖੜੀ, 78 ਐਮਐਲਏ, ਇੱਕ ਬੰਦਾ ਨਹੀਂ ਸੀ ਨਾਲ ਖੜਾ।
ਤੇ ਅੱਜ ਲੋਕ ਕਹਿੰਦੇ ਯਾਰ ਪੰਜਾਬ ਨੂੰ ਨਹੀਂ ਬਦਲਿਆ ਜਾ ਸਕਦਾ, ਪੰਜਾਬ 'ਚ ਮਾਫੀਆ ਬੜਾ ਰੁਲਿਆ ਘੁਲਿਆ ਤੇ ਮਾਫੀਆ ਐਡਾ ਤਗੜਾ ਹੋਇਆ ਕਿ ਯਾਰ ਇਹ ਪੈਸੇ ਰੁਪਈਆਂ ਦੀ ਉਹ ਜਿੱਤ ਹੈ, ਇਮਾਨਦਾਰੀ ਦੀ ਜਿੱਤ ਨਹੀਂ। ਮੈਂ ਕਹਿੰਦਾ 57 ਸਾਲ 'ਚ ਸਿੱਧੂ ਦੀ ਪਿੱਠ ਨਹੀਂ ਲੱਗੀ। ਜੇ ਉਹ ਹੋਇਆ ਤੇ ਇਹ ਵੀ ਤੁਹਾਨੂੰ ਹੁੰਦਾ ਦਿਖਾਊਂਗਾ, ਪੰਜਾਬ ਬਦਲੇਗਾ ਔਰ ਬਿਹਤਰੀ ਦੇ ਲਈ ਬਦਲੇਗਾ ਔਰ ਜ਼ਿੰਦਗੀਆਂ ਪੰਜਾਬ ਦੀਆਂ ਬਦਲਣਗੀਆਂ। ਮੈਂ ਐਨਆਰਆਈਆਂ ਦਾ ਸਨਮਾਨ ਕਿਉਂ ਕਰਦਾ, ਇੰਨਾ ਸਨਮਾਨ ਕਿਉਂ ਕਰਦਾ, ਇੰਨੀ ਇੱਜ਼ਤ ਕਿਉਂ ਕਰਦਾ? ਕਿਉਂਕਿ ਜੇ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਨਾਲੋਂ ਵੱਧ ਮੇਰੇ ਸੂਬੇ ਨੂੰ ਕੋਈ ਪਿਆਰ ਕਰਦਾ ਹੈ ਤੇ ਉਹ ਤੁਸੀਂ ਲੋਕ, ਤੁਹਾਨੂੰ ਇਹ ਕਦਰ ਹੈ ਔਰ ਮੈਂ ਤੁਹਾਨੂੰ ਪੰਜਾਬ ਦੀ ਆਤਮਾ ਸਮਝਦਾ, ਕਿਉਂਕਿ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਪੰਜਾਬੀ ਕਈ ਇਹ ਸੋਚਦੇ ਆ ਯਾਰ ਉੱਥੇ ਜਾ ਕੇ ਡਿਨਰ ਪਾਰਟੀ ਕਰ ਲਈਏ, $500 ਲੈ ਲਈਏ, ਫਲਾਨਾ। ਮੈਂ ਕਦੇ ਨਹੀਂ ਕੀਤਾ, ਕਿਉਂਕਿ ਮੈਂ ਤੁਹਾਨੂੰ ਫਾਊਂਟੇਨਸ ਆਫ ਨੌਲੇਜ ਸਮਝਦਾ, ਐਨੇਬਲਰਸ ਸਮਝਦਾ। ਮੈਂ ਇਹ ਸਮਝਦਾ ਕਿ ਤੁਸੀਂ ਉੱਥੇ ਇੱਕ ਬੈਟਰ ਸਿਸਟਮ ਦੇ ਵਿੱਚ ਜੀ ਰਹੇ ਔਰ ਉਸ ਬੈਟਰ ਸਿਸਟਮ ਨੂੰ ਤੁਸੀਂ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਲਈ ਸਭ ਤੋਂ ਵੱਡੇ ਸਹਿਯੋਗੀ ਹੋ ਸਕਦੇ ਹੋ ਔਰ ਪੰਜਾਬ ਦੇ ਵਿੱਚ ਬਦਲਾਵ ਦੀ ਸਥਾਪਨਾ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਹੋ ਸਕਦੇ ਹੋ। ਬਸ ਗੱਲ ਇੰਨੀ ਕੀ ਹੈ ਕਿ ਤੁਹਾਡਾ ਵਿਸ਼ਵਾਸ ਲੈ ਕੇ ਆਉਣਾ। ਵਿਸ਼ਵਾਸ ਟੁੱਟਿਆ, ਬਹੁਤ ਲੋਕਾਂ ਦਾ ਵਿਸ਼ਵਾਸ ਟੁੱਟਿਆ ਔਰ ਉਹ ਲੀਗਲ ਰੈਂਗਲਸ ਨੇ, ਲੀਗਲ ਜਿਹਦੀ ਕਿਤੇ ਜ਼ਮੀਨ ਹੈ ਜ਼ਮੀਨ ਦੱਬੀ ਗਈ, ਜਿਹਦਾ ਕਿਤੇ ਕੋਈ ਪ੍ਰੋਬਲਮ ਹੈ ਉਹਦੀ ਪ੍ਰੋਬਲਮ ਵੱਧ ਗਈ। ਇਸ ਕਰਕੇ ਉਹ ਵਿਸ਼ਵਾਸ ਟੁੱਟਿਆ। ਲੇਕਿਨ ਉਹ ਵਿਸ਼ਵਾਸ ਇਸ ਕਰਕੇ ਟੁੱਟਿਆ ਕਿ ਇੱਥੇ ਲੋਕਾਂ ਨੇ ਰਾਜਨੀਤੀ ਧੰਦਾ ਬਣਾ ਲਈ, ਰਾਜਨੀਤੀ ਪੈਸੇ ਕਮਾਉਣ ਦਾ ਸਾਧਨ ਬਣਾ ਲਈ। ਨਵਜੋਤ ਸਿੰਘ ਸਿੱਧੂ ਦੇ ਲਈ ਰਾਜਨੀਤੀ ਕਦੇ ਵੀ ਪ੍ਰੋਫੈਸ਼ਨ ਨਹੀਂ ਸੀ। ਨਵਜੋਤ ਸਿੰਘ ਸਿੱਧੂ ਵਾਸਤੇ ਇਹ ਰਾਜਨੀਤੀ ਇੱਕ ਮਿਸ਼ਨ ਸੀ ਔਰ ਇਸ ਮਿਸ਼ਨ ਦਾ ਸਭ ਤੋਂ ਵੱਡਾ ਹਿੱਸੇਦਾਰ ਔਰ ਭਾਗੀਦਾਰ ਔਰ ਸ਼ੇਅਰ ਹੋਲਡਰ ਮੈਂ ਐਨਆਰਆਈ ਭਰਾਵਾਂ ਨੂੰ ਬਣਾਵਾਂਗਾ। ਇਹ ਮੈਂ ਤੁਹਾਨੂੰ ਡਟ ਕੇ ਔਰ ਠੋਕ ਕੇ ਜਿੰਨਾ ਮਾਫੀਆ ਇਕੱਠਾ ਹੋਇਆ, ਲੜਾਈ ਤੇ ਮਾਫੀਆ ਤੇ ਸਿੱਧੂ ਦੀ ਹੈ। ਬਿਲਕੁਲ, ਲੜਾਈ ਇੱਕ ਸਿਸਟਮ ਦੀ ਹੈ ਜਿਹਨੇ 27-28 ਸਾਲ ਪੰਜਾਬ ਦੇ ਉੱਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾਇਆ। ਸੌਫਟ ਲੋਨ ਕਰੀਬ 2.5 ਲੱਖ ਕਰੋੜ ਹੈ। ਇਹਦਾ ਮਤਲਬ ਮੁਨਸਿਪੈਲਿਟੀਆਂ ਗਿਰਵੀ ਨੇ, ਇਹ ਕਿਸੇ ਨੂੰ ਨਹੀਂ ਪਤਾ। ਇਹਦਾ ਮਤਲਬ ਬਿਲਡਿੰਗਾਂ ਸਟੇਟ ਦੀਆਂ ਗਿਰਵੀ ਪਈਆਂ ਨੇ। ਹਰ ਚੀਜ਼ ਮੌਰਗੇਜਡ ਪਈ ਹੈ, ਗਿਰਵੀ ਪਈ ਹੈ। ਮੈਨੂੰ ਇੱਕ ਪੋਲੀਟੀਸ਼ੀਅਨ ਦਾ ਘਰ ਦੱਸ ਦਿਓ ਜਿਹਦਾ ਘਰ ਗਿਰਵੀ ਪਿਆ ਹੋਵੇ। ਮੈਨੂੰ ਇੱਕ ਪੋਲੀਟੀਸ਼ੀਅਨ ਦਾ ਘਰ ਦੱਸ ਦਿਓ ਜਿਹਦੀ ਕੀਮਤ 30-32 ਕਰੋੜ ਰੁਪਈਆ ਹੋਵੇ ਔਰ ਉਹਦੇ ਉੱਤੇ 3000 ਕਰੋੜ ਰੁਪਏ ਦਾ ਕਰਜ਼ਾ ਹੋਵੇ, ਜਾਂ ਚਲੋ 300 ਕਰੋੜ ਦਾ ਹੀ ਕਰਜ਼ਾ ਹੋਵੇ। ਆ ਸੁੱਖੇ ਗੱਪੀ ਦੇ ਕਿਸੇ ਹੋਟਲ ਦੇ ਉੱਤੇ 5 ਦਾ ਕਰਜ਼ਾ ਹੋਵੇ ਤੇ ਮੈਨੂੰ ਦਿਖਾਓ। ਇਹਦੀਆਂ 2 ਬੱਸਾਂ ਤੋਂ 6000 ਬਣੀਆਂ ਤੇ ਕੋਈ ਬੱਸ ਇਹਦੀ ਘਾਟੇ ਚੱਲਦੀ ਹੋਵੇ ਤੇ ਦਿਖਾਓ। ਪੰਜਾਬ ਦੀਆਂ ਬੱਸਾਂ ਸਾਰੀਆਂ ਘਾਟੇ 'ਚ। ਪੀਆਰਟੀਸੀ ਦੀਆਂ ਖੜਕਦੀਆਂ ਬੱਸਾਂ ਦੇ ਉੱਤੇ ਟੈਕਸ, ਨਾ ਨੀਤੀ ਨਾ ਪਾਲਿਸੀ। ਇਹ 17 ਸਾਲ ਦੇ ਰਗੜੇ ਹੈ ਸਾਹਿਬ, ਇਹ 17 ਸਾਲ ਦੇ ਘਸੜੇ ਖਾਦੇ ਆ ਨਵਜੋਤ ਸਿੰਘ ਸਿੱਧੂ ਨੇ। ਸੱਚਾਈ ਪ੍ਰਤਾੜਿਤ ਤੇ ਹੋ ਜਾਂਦੀ ਹੈ, ਪਰਾਜਿਤ ਨਹੀਂ ਹੁੰਦੀ। ਔਰ ਇਹ 17 ਸਾਲ ਦਾ ਸੋਨਾ ਅੱਗ 'ਚ ਤਪ ਕੇ ਕੁੰਦਨ ਬਣਨ ਵਾਲਾ ਪੰਜਾਬ ਮਾਡਲ ਪੰਜਾਬ ਨੂੰ ਬਦਲੇਗਾ, 200% ਬਦਲੇਗਾ। ਇਹ ਸਭ ਦੇ ਸੁਪਨੇ ਦਾ ਇੱਕ ਸਾਂਝਾ ਮਾਡਲ ਹੈ। ਇਹ ਮੇਰਾ ਨਹੀਂ, ਇਹ ਤੁਹਾਡਾ ਵੀ ਹੈ। ਲੇਕਿਨ ਅਸੀਂ ਸਾਰੇ ਭਟਕ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਹੈ। ਮੈਂ ਦੇਖਦਾ ਗਰੀਬ ਬੰਦੇ ਨੂੰ ਆਪਣੇ ਅਧਿਕਾਰ ਹੀ ਨਹੀਂ ਪਤਾ। 5000 ਚ ਵਿਕ ਜਾਂਦਾ, ਕੋਈ ਦਾਰੂ ਦੀ ਪੇਟੀ ਚ ਵਿਕ ਜਾਂਦਾ। ਇਸ ਕਰਕੇ ਅਗਰ ਐਨਆਰਆਈ ਵੀਰਾਂ ਤੋਂ ਮੈਂ ਕੋਈ ਸਾਥ ਮੰਗਦਾ ਤੇ ਮੈਂ ਇਹ ਕਹਿਣਾ ਕਿ ਧਰਮਾਂ ਚੋਂ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ ਹੈ। ਇਸ ਤੋਂ ਵੱਡਾ ਕੋਈ ਧਰਮ ਨਹੀਂ। ਇੱਕ ਬੰਦਾ, ਕਿਤੇ ਮਹੱਲਿਆਂ 'ਚ ਜਾਣ ਦੀ ਲੋੜ ਨਹੀਂ। ਇੱਕ ਬੰਦਾ 100 ਰਿਸ਼ਤੇਦਾਰਾਂ ਨੂੰ ਫੋਨ ਕਰੇ, ਠੋਕ ਕੇ ਕਰੇ ਔਰ ਕਵੇ ਵੀ ਐਤਕੀ ਲੀਡਰ ਨਹੀਂ ਜਿਤਾਉਣਾ, ਐਤਕੀ ਪੰਜਾਬ ਜਿਤਾਉਣਾ। ਯਾਰੋ, ਐਤਕੀ ਸੱਚਾਈ ਜਿਤਾਉਣੀ ਹੈ, ਇਮਾਨਦਾਰੀ ਜਿਤਾਉਣੀ ਹੈ, ਨੈਤਿਕਤਾ ਜਿਤਾਉਣੀ ਹੈ, ਮੋਰਲ ਅਥਾਰਟੀ ਜਿਤਾਉਣੀ ਹੈ। ਐਤਕੀ ਪੰਜਾਬ ਨੂੰ ਸੇਧ ਦੇਣ ਵਾਲੇ ਜਿਤਾਉਣੇ ਆ, ਨਹੀਂ ਤੇ ਵੋਟ ਨਹੀਂ ਪੈਣ ਦੇਣੀ ਕਿਸੇ ਪਾਸੇ। ਹੁੰਦਾ ਕੀ ਆਇਆ ਕਿ ਐਨਆਰਆਈ ਵੀਰ ਫੰਡਿੰਗ ਕਰਦੇ ਰਹਿੰਦੇ, ਇੱਧਰ ਦੇਤੇ ਕਰੋੜਾਂ, ਇੱਧਰ ਦੇਤੇ ਕਰੋੜਾਂ। ਮੈਂ ਅੱਜ ਤੱਕ ਇਸ ਤੋਂ ਪੰਜੀ ਨਹੀਂ ਮੰਗੀ, ਕਿਉਂਕਿ ਮੈਂ ਜਾਣਦਾ ਕਿ ਉਹ ਦੇਖਦੇ ਹੀ ਉਸ ਤਰੀਕੇ ਨਾਲ ਨੇ।
ਲੇਕਿਨ ਜਦੋਂ ਫੋਨ ਕਰ ਕਰਕੇ ਰਿਸ਼ਤੇਦਾਰੀਆਂ ਦੇ ਵਿੱਚ ਜਦੋਂ ਤੁਸੀਂ ਇਹ ਕਹਿੰਦੇ ਹੋ ਨਾ ਫਲਾਣੇ ਨੂੰ ਵੋਟ ਪਾਏ ਤੇ ਉਸ ਵੋਟ ਨੂੰ ਤੁਸੀਂ ਕਨਵਿੰਸ ਕਰਾ ਜਾਂਦੇ ਹੋ, ਇਸ ਤੋਂ ਵੱਡੀ ਤਾਕਤ ਕਿਸੇ NRI ਦੀ ਹੈ ਨਹੀਂ। ਔਰ NRI ਨੂੰ ਲੋਕ ਇਸ ਕਰਕੇ ਮੰਨਦੇ ਕਿਉਂਕਿ ਇੱਕ ਇੱਕ ਪਿੰਡ ਦੇ ਵਿੱਚ ਸਰਕਾਰ ਦੇ ਪੈਸੇ ਘੱਟ ਦਿੱਤੇ ਹੋਏ ਆ ਪਰ NRI ਭਰਾਵਾਂ ਦੇ ਪੈਸੇ ਜ਼ਿਆਦਾ ਦਿੱਤੇ ਹੋਏ ਆ ਤੁਹਾਡੀ ਆਤਮਾ ਵਾਸਤੇ। ਇਸ ਕਰਕੇ ਮੈਂ ਕਿਉਂ ਕਹਿਣਾ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਤੁਹਾਡੇ ਸਰੀਰ ਉੱਥੇ ਨੇ ਲੇਕਿਨ ਤੁਹਾਡੀ ਆਤਮਾ ਇੱਥੇ। ਗਲੀਆਂ 'ਚ ਖੇਡੇ ਹੋ, ਇੱਕ ਜਨਰੇਸ਼ਨ ਅਸੀਂ ਮਿਸ ਕਰ ਗਏ। ਅਗਰ ਇੱਕ ਜਨਰੇਸ਼ਨ, ਇਫ ਯੂ ਮਿਸ ਵਨ ਜਨਰੇਸ਼ਨ, ਤੇ ਫਿਰ ਜਿਹੜੇ ਤੁਹਾਡੇ ਬੱਚੇ ਆ ਨਾ, ਮੈਨੂੰ ਪਤਾ ਤੁਸੀਂ ਉਹਨਾਂ ਨੂੰ ਜੰਡ ਕੇ ਕਹਿੰਦੇ ਪੰਜਾਬੀ ਹੋਣਾ, ਪੰਜਾਬੀ ਬੋਲ, ਪੰਜਾਬੀ ਬੋਲ, ਉਹ ਕਹਿੰਦਾ ਫੁੱਲਡਾ ਕੀ ਗੱਲ ਹੈ, ਏਦਾਂ ਹੀ ਹੈ ਨਾ। ਕਿਉਂਕਿ ਉਹ ਆਪਦੇ ਜਵਾਕਾਂ ਦੇ ਵਿੱਚ ਜਿੱਥੇ ਖੇਡਦਾ ਉਹਦੇ ਐਕਸੈਂਟ ਉਕਸੈਂਟ ਉਹੋ ਜਿਹੇ ਨੇ, ਲੇਕਿਨ ਮਾਂ ਬਾਪ ਨੂੰ ਦਰਦ ਹੁੰਦੀ ਹੈ, ਉਹਨੂੰ ਦੁੱਖ ਲੱਗਦਾ ਵੀ ਭਾਈ ਇਹ ਪੰਜਾਬੀ ਸਾਡੇ ਵਾਂਗ ਕਿਉਂ ਨਹੀਂ ਬੋਲਦਾ। ਇਸ ਜਨਰੇਸ਼ਨ ਨੂੰ ਅਗਰ ਪੰਜਾਬ ਮਿਸ ਕਰ ਗਿਆ ਤੇ ਪੰਜਾਬ ਇੱਕ ਬਹੁਤ ਵੱਡਾ ਮੌਕਾ ਮਿਸ ਕਰੇਗਾ। ਮੈਂ ਉਹ ਮੌਕਾ ਮਿਸ ਨਹੀਂ ਹੋਣ ਦੇਣਾ। ਜਦ ਤੱਕ ਮੈਂ ਜਿਉਂਦਾ ਮੈਂ ਇਸ ਮੌਕੇ ਤੇ ਚੌਕਾ ਮਾਰਾਂਗਾ ਔਰ ਸਾਰੇ NRI ਇੱਥੇ ਸ਼ੇਅਰ ਹੋਲਡਰ ਬਣਾ ਕੇ ਲਿਆਵਾਂਗਾ, ਵਿਸ਼ਵਾਸ ਖੜਾ ਕਰਾਂਗੇ। ਜ਼ਰੂਰੀ ਨਹੀਂ ਹੈ ਕਿ ਚੀਫ ਮਿਨਿਸਟਰ ਬਣੇ ਤਾਂ ਹੀ। ਹਾਂ, ਚੀਫ ਮਿਨਿਸਟਰ ਕੋਲ ਤਾਕਤ ਹੁੰਦੀ ਹੈ, ਇੱਕ ਐਬਸੋਲੂਟ ਪਾਵਰ ਹੁੰਦੀ ਹੈ, ਲੇਕਿਨ ਸਿੱਧੂ ਨੇ 2-3 ਚੀਫ ਮਿਨਿਸਟਰ ਤਾਂ ਭੁਗਤਾ ਹੀ ਦਿੱਤੇ। ਹਾਂ, ਮਤਲਬ ਹੱਸ ਲੋ ਪਰ ਤਾੜੀ ਵੀ ਠੋਕ ਦਿਆ ਕਰੋ। ਔਰ 2-3 ਚੀਫ ਮਿਨਿਸਟਰ ਭੁਗਤਾ ਤੇ ਅੱਗੇ ਵੀ ਸਮਰੱਥਾ ਰੱਖਦਾ ਵੀ ਲੋਕਾਂ ਦੀ ਤਾਕਤ ਨਾਲ ਇੱਕ ਅੱਧਾ ਹੋਰ ਭੁਗਤਾ ਦੂੰਗਾ ਜੇ ਠੀਕ ਨਾ ਚੱਲਿਆ। ਤੇ ਜੇ ਠੀਕ ਚੱਲਿਆ ਤੇ ਜੈ ਜੈਕਾਰ ਕਰੂੰਗਾ, ਕਿਉਂਕਿ ਮੇਰੀ ਆਪਦੀ ਕੋਈ ਮਨਸ਼ਾ ਰਹਿ ਨਹੀਂ ਗਈ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਣਾ, ਮੈਂ ਤੇ ਪੰਜਾਬ ਦੀ ਖੈਰ ਮੰਗਦਾ, ਬਦਲੇ 'ਚ ਕੱਖ ਹੈ ਨਹੀਂ, ਮੰਗਦਾ ਹੀ ਨਹੀਂ ਕੁਛ। ਰੋਲ ਮਾਡਲ ਸ਼ਹੀਦ ਆਜ਼ਮ ਭਗਤ ਸਿੰਘ, ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਜਦੋਂ ਚਮਕੌਰ ਦੀ ਗੜੀ ਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੰਘ ਰਹੇ ਸੀ, 40 ਸ਼ਹਾਦਤਾਂ ਹੋ ਚੁੱਕੀਆਂ ਸੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਪਵਿੱਤਰ ਦੇਹੀ ਉੱਥੇ ਪਈ ਸੀ ਤੇ ਭਾਈ ਸਾਹਿਬ ਨੇ ਆਪਣਾ ਕਮਰ ਕਸਾ ਲਾਇਆ ਔਰ ਕਮਰ ਕਸਾ ਲਾ ਕੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਦੇਹੀ ਤੇ ਪਵਿੱਤਰ ਤੇ ਪਾਉਣ ਲੱਗੇ ਤੇ ਆਵਾਜ਼ ਆਈ ਕਿ ਕਮਰ ਕਸਾ ਤਾਂ ਖੋਲੀ ਜੇ ਤੇਰੇ ਕੋਲ 40 ਹੈਗੇ ਨੇ, ਇਹ 40 ਵੀ ਮੇਰੇ ਪੁੱਤਰ ਨੇ। ਇਹ ਭਾਵਨਾ ਹੈ ਕਿਸੇ 'ਚ। ਜਿੱਦਣ ਇਹ ਭਾਵਨਾ ਜਾਗ ਗਈ, ਜਿੱਦਣ ਸ਼ਾਸਕ ਭਾਵ ਸਿੱਟਤਾ, ਕੋਈ ਆਪਦੇ ਮੁੰਡੇ ਨੂੰ ਪੜਾਉਣ ਨੂੰ ਪੁੱਛਦਾ ਵੀ ਕਿੱਥੇ ਪੜਾਉਣਾ, ਲੱਗਦਾ ਯਾਰ LA ਭੇਜੀਏ, ਇਹ ਫਲਾਨਾ ਭੇਜੀਏ, ਟਮਕਾਨਾ ਭੇਜੀਏ। ਲੇਕਿਨ ਪੰਜਾਬ ਦੇ ਬੱਚਿਆਂ ਨੂੰ ਕਿਸੇ ਨੂੰ ਅਹਿਸਾਸ ਹੈ ਇਹ ਪਰਿਵਾਰ ਦਾ ਭਾਵ ਜਗਾਉਣਾ ਪਊ। ਮੈਂ ਕਹਿੰਦਾ ਮੈਂ ਆਪਦੇ ਪੁੱਤਰ ਨੂੰ ਨਹੀਂ ਤਰਜੀਹ ਨਹੀਂ ਦਿੱਤੀ ਜਿੰਨਾ ਮੈਂ ਇਹਨਾਂ ਬੱਚਿਆਂ ਨੂੰ ਤਰਜੀਹ ਦਿੰਦਾ ਜਿਹੜੇ ਅੱਜ ਸਾਡੇ ਸੂਬੇ ਨੂੰ ਛੱਡ ਕੇ ਬਾਹਰ ਪੱਤੀ ਜਾਂਦੇ ਆ। ਪੰਛੀ ਉਡਾਰੀ ਮਾਰਦਾ ਤੇ ਵਾਪਸ ਆਉਂਦਾ, ਲੇਕਿਨ 70,000 ਕਰੋੜ ਦੇ ਐਸੈਟ ਵੇਚੇ ਔਰ 70,000 ਕਰੋੜ ਦੇ ਐਸੈਟ ਵੇਚ ਕੇ ਬੱਚੇ ਅੱਜ ਬਾਹਰ ਜਾਈ ਜਾਂਦੇ ਆ। ਸਾਡਾ ਸਰਮਾਇਆ ਹੈ, ਸਾਡਾ ਭਵਿੱਖ ਹੈ। ਇਸ ਕਰਕੇ ਮੈਂ ਤੁਹਾਨੂੰ ਕਹਿੰਦਾ NRI ਵੀਰੋ, we are not fighting this election for the next election, we are fighting this election for the next generation. ਇਹ ਅਗਲੀ ਜਨਰੇਸ਼ਨ ਦੇ ਲਈ ਇਲੈਕਸ਼ਨ ਹੈ। ਇਹ ਨੌਜਵਾਨ ਪੀੜ੍ਹੀ, ਅਸੀਂ 3 ਪੀੜ੍ਹੀਆਂ ਗਵਾਤੀਆਂ। ਪਹਿਲੀ ਪੀੜ੍ਹੀ ਅਸੀਂ ਅੱਤਵਾਦ ਚ ਗਵਾਤੀ, ਕਿੰਨਾ ਮੁੰਡਾ ਮਰਿਆ ਤੁਸੀਂ ਸੋਚ ਨਹੀਂ ਸਕਦੇ। ਦੂਜੀ ਆ ਲੰਬੂ ਸਾਲੇ ਸੁਖਬੀਰ ਦੇ ਨੇ ਨਸ਼ੇ ਦੇ ਦਰਿਆ ਚ ਰੋੜਤੀ। ਸਰਦਾਰ ਭਾਗ ਸਿੰਘ ਮੈਨੂੰ ਬਟਾਲੇ ਮਿਲਿਆ, ਮੈਨੂੰ ਕਹਿੰਦਾ ਯਾਰ ਤੇਰੀ ਆਵਾਜ਼ ਚ ਬੜਾ ਦਮ ਹੈ, ਮੈਨੂੰ ਤੇਰੇ ਚ ਆਸ ਦਿਖਦੀ ਹੈ। ਇਹ ਆਸ ਦੀ ਉਹ ਗੱਲ ਹੈ ਨਾ। ਮੈਨੂੰ ਕਹਿੰਦਾ ਸਰਦਾਰ ਨਵਜੋਤ ਸਿੰਘ ਕਹਿੰਦਾ ਮੈਂ ਜੰਗਾਂ ਲੜੀਆਂ, 61 ਵਾਲੀ ਵੀ ਲੜੀ, 71 ਵਾਲੀ ਵੀ ਲੜੀ, ਕਹਿੰਦਾ ਰਿਸ਼ਤੇਦਾਰਾਂ ਨਾਲ ਵੀ ਲੜੇ, ਜ਼ਮੀਨ ਜਾਇਦਾਦਾਂ ਦੇ ਝਗੜੇ ਵੀ ਝੇਲੇ, ਪਰ ਦੇਖ ਮੇਰਾ ਚਿਹਰਾ ਚੋਂਦਾ ਕਿ ਨਹੀਂ ਚੋਂਦਾ। ਮੈਂ ਕਿਹਾ ਭਾਜੀ ਮੈਂ ਤਾਂ ਇਹੋ ਜਿਹਾ ਬੰਦਾ ਹੀ ਨਹੀਂ ਦੇਖਿਆ 6 ਫੁੱਟ 2 ਇੰਚ ਸਰਦਾਰ ਭਾਗ ਸਿੰਘ ਬਟਾਲੇ ਦਾ। ਕਹਿੰਦਾ ਪਰ ਮੈਂ ਲੰਮਾ ਜਿਉਣਾ ਨਹੀਂ ਪੁੱਤਰ। ਮੈਂ ਕਿਹਾ ਕਿਉਂ, ਕੀ ਗੱਲ ਹੋ ਗਈ ਭਾਜੀ? ਕਹਿੰਦਾ ਮੈਂ ਸਭ ਕੁਝ ਦੇਖ ਲਿਆ, ਸਭ ਕੁਝ ਝੇਲ ਲਿਆ, ਲੇਕਿਨ ਮੈਂ ਆਪਦੇ ਪੋਤੇ ਨੂੰ ਨਾਲੀ ਦੇ ਵਿੱਚ ਪਿਆ ਨਹੀਂ ਦੇਖ ਸਕਦਾ। ਕਹਿੰਦਾ ਮੈਂ ਕਿੰਨੇ ਹਸਪਤਾਲਾਂ ਜਿਹਨੂੰ ਲੈ ਕੇ ਗਿਆ,
ਮੈਨੂੰ ਇਲਾਜ ਨਹੀਂ ਕਰਾਉਣਾ ਆਉਂਦਾ। ਤੇ ਕਹਿੰਦਾ ਜਦ ਮੈਂ ਦੂਏ ਦਿਨ ਦੇਖਦਾ ਵੀ ਇਹ ਨਾਲੀ 'ਚ ਪਿਆ, ਜਦੋਂ ਮੈਨੂੰ ਚੁੱਕ ਕੇ ਲਿਆਣਾ ਮੈਂ ਟੁੱਟਦਾ ਜਾਂਦਾ, ਮੈਂ ਰੋਜ਼-ਰੋਜ਼ ਮਰਦਾ ਜਾਂਦਾ। ਇਹਨਾਂ ਦੀ ਦੇਣ ਹੈ, ਇਹ ਇਹਨਾਂ ਦੀ ਦੇਣ ਹੈ ਕਿ ਹੱਸਦੇ ਵਸਦੇ ਪੰਜਾਬ ਨੂੰ ਇਹ ਕਿੱਥੇ ਲੈ ਆਏ। ਇਹਨਾਂ ਦੀ ਲਾਲਚ ਦੀ ਇੰਤਹਾ ਦੇਖੋ ਕਿ ਕਿਸ ਤਰ੍ਹਾਂ ਕੋਈ ਬੰਦਾ ਰੱਜਿਆ ਪੁੱਜਿਆ ਇੰਨਾ ਗਰੀਡੀ ਹੋ ਸਕਦਾ ਹੈ, ਇੰਨਾ ਲਾਲਚੀ ਹੋ ਸਕਦਾ। ਭੁੱਖਾ ਰਾਜਦਾ ਪਰ ਭੁੱਖੜ ਨਹੀਂ ਰਾਜਦਾ, ਸੋਨੇ ਦੀਆਂ ਰੋਟੀਆਂ ਨਹੀਂ ਖਾਣੀਆਂ। ਕਿ ਉਹ ਇੱਕ ਕੌਮ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੌਮ ਦਾ ਵਿਨਾਸ਼ ਕਰ ਸਕਦਾ। ਇਸ ਕਰਕੇ ਮੁੱਦਿਆਂ ਦੀ ਪਹਿਰੇਦਾਰੀ ਹੈ ਸਾਹਿਬ, ਇਹ ਕਹਿਣਾ ਰਿਸ਼ਤੇਦਾਰੀ ਨਹੀਂ। ਜੇ ਮੇਰਾ ਆਪਣਾ ਵੀ ਪੰਜਾਬ ਦੇ ਵਿਰੁੱਧ ਚੱਲੂ ਤੇ ਮੈਂ ਠੋਕੂ ਔਰ ਟਕਾ ਕੇ ਠੋਕੂ ਔਰ ਉਹਨੂੰ ਕਟਘਰੇ 'ਚ ਖੜਾ ਕਰੂੰ। ਔਰ ਮੈਂ ਇਹ ਵੀ ਕਹਿਣਾ ਕਿ ਜੇ ਪੰਜਾਬ ਮਾਡਲ ਤੋਂ ਵਧੀਆ ਮਾਡਲ ਕਿਸੇ ਦੇ ਕੋਲ ਹੋਵੇ ਤੇ ਮੈਨੂੰ ਦਵੇ, ਮੈਂ ਹੱਥ ਬੰਨ ਕੇ ਉਹਦੇ ਮਗਰ ਤੁਰੂੰਗਾ। ਜੇ ਨਾ ਤੁਰਾਂ ਤੇ ਨਵਜੋਤ ਸਿੰਘ ਸਿੱਧੂ ਮੇਰਾ ਨਾਂ ਨਾ। ਇਹ ਪੰਜਾਬ ਮਾਡਲ ਦੀ ਤਾਕਤ ਇਹ ਹੈ ਕਿ ਲੋਕਾਂ ਲਈ ਹੈ, ਇਹ ਮੇਰੇ ਲਈ ਨਹੀਂ। ਇਸ ਕਰਕੇ ਜੇ ਤੁਸੀਂ ਪੰਜਾਬ ਮਾਡਲ ਦੇ ਵਿੱਚ NRIਆਂ ਦੀ ਗੱਲ ਕਰੋ, ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ, ਦੁਬਾਰਾ ਪੜ੍ਹਨ ਦੀ ਲੋੜ ਹੈ? ਨਹੀਂ, ਸੁਣ ਲਿਆ ਸੀ। ਤੁਸੀਂ ਸੁਣਿਆ ਸੀ? ਬਿਲਕੁਲ। ਸਵਾਲ ਇਹ ਹੈ, ਮੈਂ ਰਾਹੁਲ ਜੀ ਨੂੰ ਵੀ ਕਿਹਾ ਸੀ ਕਿ ਜੇ ਝੂਠ ਵੇਚ ਕੇ, ਇਹ ਝੂਠੇ ਸੁਪਨੇ ਵਿਖਾ ਕੇ ਸੱਤਾ ਹਾਸਲ ਕਰਨੀ ਹੈ ਤੇ ਸਿੱਧੂ ਹੈ ਨਹੀਂ। ਹਾਂ, ਜੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਵਾਸਤੇ ਸੱਤਾ ਹਾਸਲ ਕਰਨੀ ਹੈ ਤੇ ਪੰਜਾਬ ਮਾਡਲ ਵੀ ਹੈ ਔਰ ਨਵਜੋਤ ਸਿੰਘ ਸਿੱਧੂ ਵੀ ਹੈ। ਨੀਹਾਂ ਦੇ ਵਿੱਚ ਚਿਣ ਦਿਓ ਤੇ ਜੇ ਉਫ ਕਰ ਗਿਆ ਤੇ ਮੈਨੂੰ ਕਹੇ। ਇਸ ਕਰਕੇ ਫੈਸਲਾ ਹੁਣ ਇਹੋ ਜਿਹਾ ਹੈ ਕਿ ਜੇ ਅਸੀਂ ਅੱਜ 100 ਫੋਨ ਨਾ ਕੀਤੇ, ਮੇਰੀ ਗੱਲ ਯਾਦ ਰੱਖਿਓ, ਇਹ ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਮੈਂ ਤੁਹਾਨੂੰ ਇਹ ਦੱਸ ਦਿਆਂ, ਸ਼ਾਇਦ ਕੋਈ ਹੋਰ ਦੱਸੂਗਾ ਨਹੀਂ, ਘੱਟ ਬੰਦਿਆਂ ਨੂੰ ਇਕਨੋਮਿਕਸ ਵੀ ਆਉਂਦੀ ਹੈ। ਮੈਂ ਰਾਤਾਂ ਜਾਗਿਆ ਔਰ ਮੈਂ 25-30 ਸਾਲ ਕ੍ਰਿਕਟ ਖੇਡੀ ਤੇ ਫਿਰ ਜਦੋਂ ਕ੍ਰਿਕਟ ਖੇਡੀ ਤੇ ਫਿਰ ਕ੍ਰਿਕਟ ਹੀ ਖੇਡੀ। ਸਵੇਰੇ 4 ਵਜੇ ਉੱਠੇ, ਰਾਤ ਦੇ 11 ਵਜੇ ਤੱਕ ਕ੍ਰਿਕਟ ਹੀ ਖੇਡੀ, ਫਿਰ ਕਮੈਂਟਰੀਆਂ ਕੀਤੀਆਂ ਤੇ ਸਵੇਰੇ ਜਦੋਂ ਮਾਈਕ ਫੜਨਾ ਤੇ ਰਾਤ ਤੱਕ ਉਹੀ ਕਰਨਾ। ਤੇ ਜੇ ਮੈਂ ਹੁਣ ਪੋਲਿਟਿਕਸ ਕਰਦਾ ਤੇ ਮੈਂ ਪੋਲਿਟਿਕਸ, I live this idea, I sleep this idea, I drink this idea, I live this idea. This idea is like a tidal wave. It drenches every pore in my body and every pore in my body sings this idea. ਇਹ ਜਨੂਨ ਦੀ ਇੰਤਹਾ ਹੈ। ਔਰ ਮੈਂ ਤੁਹਾਨੂੰ ਕਹਿ ਰਿਹਾ ਕਿ ਸਰਕਾਰ ਨਹੀਂ ਚੱਲਣੀ ਕਿਉਂਕਿ ਅਸੀਂ ਫਾਈਨੈਂਸ਼ੀਅਲ ਬੈਂਕਰਪਸੀ ਦੇ ਕਗਾਰ ਦੇ ਉੱਤੇ ਖੜੇ। ਜਦੋਂ ਪਿਛਲੀ ਸਰਕਾਰ ਬਣੀ ਸੀ ਤੇ ਆਖਰੀ ਦਿਨ ਸੁਖਬੀਰ ਬਾਦਲ 32,000 ਕਰੋੜ ਰੁਪਈਆ ਚੜਾ ਗਿਆ ਸੀ। ਉਹ 32,000 ਕਰੋੜ ਰੁਪਈਏ ਦਾ ਅਸੀਂ 220-25 ਕਰੋੜ ਰੁਪਈਆ ਮਹੀਨਾ ਦਿੰਦੇ, ਮਹੀਨਾ। ਲੇਕਿਨ ਐਤਕੀ ਜਦੋਂ ਸਰਕਾਰ ਬਣੂਗੀ ਤੇ GST ਦੀ ਕੰਪਨਸੇਸ਼ਨ 18,000 ਕਰੋੜ ਰੁਪਈਆ ਸਾਲ ਬੰਦ ਹੋਏਗੀ। ਮਤਲਬ ਇੱਕ ਮਹੀਨੇ ਦਾ 1,500 ਕਰੋੜ ਰੁਪਈਆ ਸਾਨੂੰ ਜਨਰੇਟ ਕਰਨਾ ਪਏਗਾ। ਪਹਿਲਾਂ ਹੀ 99% ਪੰਜਾਬੀ 55,000 ਕਰੋੜ ਰੁਪਈਆ ਇਨਡਾਇਰੈਕਟ ਟੈਕਸ ਦੇ ਰਿਹਾ। ਤੇਲ ਤੇ ਟੈਕਸ, ਲੂਣ ਤੇ ਟੈਕਸ, ਬਿਜਲੀ ਤੇ ਟੈਕਸ, ਫਲਾਨਾ ਟੈਕਸ, ਟਮਕਾਨਾ ਟੈਕਸ। ਔਰ ਮੈਂ ਇੱਥੇ ਕਾਂਗਰਸ ਸਰਕਾਰ ਦੀ ਬਹੁਤ ਤਾਰੀਫ ਕਰਨਾ ਚਾਹੁੰਦਾ। ਬਿਜਲੀ ਘਟਾਈ, ਤੇਲ ਦੇ ਰੇਟ, ਪੈਟਰੋਲ ਦੇ ਰੇਟ 10 ਰੁਪਏ ਘਟੇ, ਲੇਕਿਨ ਉਹਦਾ ਐਕਸਚੇਕਰ ਦੇ ਉੱਤੇ ਵੇਟ ਹੈ 8,000 ਕਰੋੜ ਰੁਪਈਆ ਤੇਲ ਦੇ ਉੱਤੇ ਪਊ ਤੇ ਕਰੀਬ 3600 ਕਰੋੜ ਰੁਪਈਆ ਬਿਜਲੀ ਦਾ ਪਊ। ਇਹ ਸਰਕਾਰ ਚੱਲਣੀ ਕਿਵੇਂ ਹੈ ਤੇ ਗਰੀਬਾਂ ਦਾ ਟੈਕਸ ਘਟਣਾ ਕਿਵੇਂ ਹੈ? ਇਹ ਬਹੁਤ ਵੱਡੇ ਸਵਾਲ ਨੇ ਸਾਹਿਬ। ਇਸ ਕਰਕੇ ਜੇ ਐਤਕੀ ਇਹ ਮਾਫੀਆ ਦੁਬਾਰਾ ਆ ਗਿਆ ਤੇ ਪੰਜਾਬ ਨੂੰ ਖੋਰਾ ਲਾ ਗਿਆ ਤੇ ਅਸੀਂ ਖਤਮ ਆ। ਮੈਂ ਆਪਣੇ ਵੱਲੋਂ ਵਿਸ਼ਵਾਸ ਦਿਵਾਨਾ ਕਿ ਜੇ ਇਹ ਪੰਜਾਬ ਮਾਡਲ ਦੇ ਅਨੁਸਾਰ ਸਰਕਾਰ ਆਈ ਤੇ ਰੇਤੇ ਦੀ ਟਰਾਲੀ 1,200 ਰੁਪਏ ਤੋਂ ਵੱਧ ਨਹੀਂ ਦੇਵਾਂਗਾ। ਜਿਹੜੀ ਅੱਜ 10,000 ਨੂੰ ਵਿਕਦੀ ਹੈ, 5,000 ਨੂੰ ਵਿਕਦੀ ਹੈ, 12,000 ਨੂੰ ਵਿਕਦੀ ਹੈ। ਗਰੀਬ ਘਰ ਪਾ ਸਕੂਗਾ। ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਇਕਨੋਮੀ ਖੜੀ ਕਰਤੀ ਸੀ। ਜਦੋਂ ਰਿਸੈਸ਼ਨ ਆਇਆ ਸੀ, ਪ੍ਰੈਜ਼ੀਡੈਂਟ ਰੂਜ਼ਵੈਲਟ ਸੜਕਾਂ ਪਾ ਕੇ ਉਹਨੇ ਇਕਨੋਮੀ ਖੜੀ ਕਰਤੀ ਸੀ। ਤੇ ਕੱਲਾ ਰੇਤਾ ਸਾਨੂੰ ਖੜਾ ਕਰ ਸਕਦਾ, 3-4 ਹਜ਼ਾਰ ਕਰੋੜ ਰੁਪਇਆ ਲਿਆ ਸਕਦਾ। ਮੈਂ ਤੁਹਾਨੂੰ ਅੱਜ ਲਿਖ ਕੇ ਦੇ ਦੇਣਾ। ਸ਼ਰਾਬ, ਮੈਂ ਸ਼ਰਾਬ ਦੇ ਹੱਕ ਚ ਨਹੀਂ, ਪਰ ਜੇ ਵਿਕਦੀ ਹੈ ਤੇ ਸਟੇਟ ਦੇ ਖਜ਼ਾਨੇ ਜਾਣੀ ਚਾਹੀਦੀ ਹੈ। ਭਾਜੀ ਪੰਜਾਬੀ ਦੇ ਸੁਖਣਾ ਲੇਖ ਜੀ ਨਹੀਂ ਪੀ ਜਾਂਦੇ ਆ।
ਇਹ ਫੈਕਟ ਹੈ ਸਾਹਿਬ। ਤਾਮਿਲਨਾਡੂ 2002 ਦੇ ਵਿੱਚ 2.5 ਕਰੋੜ ਰੁਪਏ ਕਮਾਉਂਦਾ ਸੀ, ਅਸੀਂ 2000 ਕਰੋੜ ਕਮਾਉਂਦੇ ਸੀ। ਅੱਜ 20 ਸਾਲ ਬਾਅਦ ਤਾਮਿਲਨਾਡੂ 37,000 ਕਰੋੜ ਰੁਪਇਆ ਕਮਾਉਂਦਾ ਜੀ। 37,000 ਕਰੋੜ ਰੁਪਇਆ। ਇੱਕੋ ਚੀਜ਼ ਹੈ ਜਿਹੜੀ GST ਤੋਂ ਬਾਹਰ ਹੈ, ਜਿੱਥੇ ਸਟੇਟ ਪੈਸੇ ਕਮਾ ਸਕਦਾ। ਵੈਟ ਲਾਉਂਦੇ ਆ, ਐਕਸਾਈਜ਼ ਦੀ ਚੋਰੀ ਘਟਾਉਂਦੇ ਆ, ਸਾਰਾ ਕੰਟਰੋਲ ਸਟੇਟ ਦਾ। ਉਹ 37,000 ਕਰੋੜ ਰੁਪਏ ਕਮਾਉਂਦੇ ਆ, ਅਸੀਂ 3.5। ਕੱਛੂ ਵੀ ਇੰਨਾ ਹੌਲੀ ਵੀ ਤੁਰਦਾ ਜਿੰਨਾ ਅਸੀਂ ਤੁਰੇ ਆ। ਕਿਉਂ? ਕਿਉਂਕਿ ਕਿਸੇ ਕੋਲ L1 ਦੇ ਲਾਇਸੈਂਸ ਨੇ, ਕਿਸੇ ਕੋਲ ਕੁਛ ਹੈ, ਕੋਈ ਡਿਸਟਿਲਰੀਆਂ ਲਾਈ ਫਿਰਦਾ, ਸਟੇਟ ਮਰੀ ਤੁਰੀ ਜਾਂਦਾ। ਕੇਵਲ 5-7 ਹਜ਼ਾਰ ਕਰੋੜ ਰੁਪਏ ਸੁਖਬੀਰ ਦੇ ਦਲਾਲ ਚਲਾ ਰਹੇ ਅੱਜ ਵੀ। ਇਸੇ ਨੂੰ ਮੈਂ 75-25 ਕਹਿਣਾ ਵੀ ਰਲੇ ਆ, ਇੱਕ ਦੂਜੇ ਨੂੰ ਪ੍ਰੋਟੈਕਟ ਕਰਦੇ ਆ। ਆਹ ਦੇਖ ਲਓ ਤੁਸੀਂ, ਕੈਪਟਨ ਅਮਰਿੰਦਰ ਸਿੰਘ ਕੀ ਸੀ? ਇਹੀ ਤੇ ਹੈ। ਕਹਿੰਦਾ ਟਵਿਨ ਇੰਜਨ ਆ ਗਿਆ ਜੀ, ਇੱਧਰ ਮੋਦੀ ਦਾ ਇੰਜਨ ਤੇ ਇੱਧਰ ਮੇਰਾ ਇੰਜਨ। ਤੇਰਾ ਇੰਜਨ ਤਾਂ ਕਾਹਦਾ ਸੀਜ਼ ਹੋ ਗਿਆ, ਕਾਲਾ ਧੂਆਂ ਮਾਰਦਾ, ਫੱਕ ਫੱਕ ਚੱਲਿਆ ਕਾਰਤੂਸ ਹੈ ਤੂੰ ਹੈ। ਤੇ ਅੱਜ ਵੀ ਇਸ ਬੰਦੇ ਦੀ ਭੁੱਖ ਕਹੀ ਨਹੀਂ। ਮੈਂ ਤੁਹਾਨੂੰ ਕਹਿਣਾ 5 ਤੋਂ 7 ਹਜ਼ਾਰ ਕਰੋੜ ਰੁਪਈਆ ਕੇਬਲ ਚੋਂ ਆ ਸਕਦਾ। 5 ਤੋਂ 7 ਹਜ਼ਾਰ ਕਰੋੜ ਰੁਪਈਆ। ਔਰ ਜਿਹੜੀ ਇਹ ਕੇਬਲ ਮੋਨੋਪੋਲੀ ਬਣਾਈ ਹੈ, ਇਹ 450 ਦੀ ਦਿੰਦੇ ਆ। ਜੇ ਤੁਸੀਂ 6 MSO ਲਾ ਦਿਓ, ਇਹਦਾ ਦਲਾਲ ਜੁਝਾਰ ਕਰ ਦਿਓ, ਤੇ ਕੇਬਲ 200 ਰੁਪਈਏ ਨੂੰ ਇੱਕ ਆਮ ਬੰਦੇ ਨੂੰ ਮਿਲ ਸਕਦੀ। ਔਰ ਪੰਜਾਬ ਦੇ ਖਜ਼ਾਨੇ 'ਚ 5-7 ਹਜ਼ਾਰ ਕਰੋੜ ਰੁਪਈਆ ਆ ਸਕਦਾ। ਇਹ ਤਾਂ ਟੈਲੀਵਿਜ਼ਨ ਹੀ ਨਹੀਂ ਦੱਸਦੇ ਵੀ ਕਿੰਨੇ ਨੇ। ਸਾਡੇ ਕੋਲ 2 ਕਰੋੜ ਟੈਲੀਵਿਜ਼ਨ। ਸਮਝਦੇ ਹੋ ਮੇਰੀ ਗੱਲ ਸਾਹਿਬ? ਤੇ 2 ਬੱਸਾਂ ਸੀ ਡੱਬ ਵਾਲੀ ਦੇ ਵਿੱਚ, ਆ ਸੁੱਖੇ ਕੋਲ, ਬਾਦਲ ਕੋਲ, ਅੱਜ 6000 ਨੇ। ਟਾਈਮ ਟੇਬਲ ਇਹਨਾਂ ਦੇ ਬੰਦੇ ਬਣਾਉਂਦੇ ਆ। PRTC ਦੀਆਂ ਬੱਸਾਂ ਦੇ ਉੱਤੇ, ਖੜਕਦੀਆਂ ਦੇ ਉੱਤੇ ਬਗੈਰ AC ਵਾਲੀਆਂ ਦੇ 1.5 ਰੁਪਏ ਟੈਕਸ ਜ਼ਿਆਦਾ, ਤੇ ਇਹਨਾਂ ਦੀਆਂ ਵੋਲਵੋ ਬੱਸਾਂ ਦੇ ਉੱਤੇ 1.5 ਰੁਪਇਆ ਟੈਕਸ ਕੱਟ। ਤੇ ਇੱਕ ਨਵਾਂ ਬੰਦਾ ਆਇਆ ਹੁਣ ਬਦਲਾਵ ਦੇ ਥੱਲੇ, ਬਹਿਰੂਪੀਆ ਬਣ ਕੇ, ਕੇਜਰੀਵਾਲ। ਕਹਿੰਦਾ 18 ਸਾਲ ਤੋਂ ਉੱਤੇ ਵਾਲੀ ਕੁੜੀ ਨੂੰ 1000 ਦਊਂਗਾ। ਕਿਉਂ ਭਾਈ? 17 ਵਾਲੀ ਤੇਰੀ ਕੁਛ ਨਹੀਂ ਲੱਗਦੀ? 16 ਵਾਲੀ ਤੇਰੀ ਕੁਛ ਨਹੀਂ ਲੱਗਦੀ ਹੈ ਜੀ? ਕਿਉਂਕਿ 18 ਸਾਲ ਵਾਲੀ ਦੀ ਵੋਟ ਹੈ, ਇਸ ਕਰਕੇ ਮੈਂ 1000 ਰੁਪਇਆ ਦਊਂਗਾ। ਇਹਨੂੰ ਇਹ ਪੁੱਛੋ, ਜਦੋਂ ਸਿੱਧੂ ਲੜਦਾ ਸੀ 1200 ਟਰਾਲੀ ਦੀ, ਜਦੋਂ ਨਵਜੋਤ ਸਿੰਘ ਸਿੱਧੂ ਰੇਤ ਮਾਫੀਆ ਨਾਲ ਲੜਦਾ ਸੀ, ਤੇ ਤੂੰ ਮਜੀਠੀਏ ਤੋਂ ਮਾਫੀ ਮੰਗਦਾ ਸੀ ਨਾ, ਥੁੱਕ ਕੇ ਚੜਦਾ ਸੀ ਕਿ ਨਾ ਤੱਕਦਾ ਸੀ? ਦੱਸ, ਤੇਰੀ ਕੋਈ ਕੈਬਨਿਟ ਦੇ ਵਿੱਚ ਇੱਕ ਬੰਦਾ ਹੋਵੇ ਪੰਜਾਬੀ, ਤੇਰੀ ਕੈਬਨਿਟ ਦੇ ਵਿੱਚ ਕੋਈ ਲੇਡੀ ਹੋਵੇ, 8 ਲੱਖ ਨੌਕਰੀਆਂ ਕਹੀਆਂ ਤੇ 400 ਨਹੀਂ ਦੇ ਸਕੇ। ਇਸ ਕਰਕੇ ਚਾਰੇ ਪਾਸੇ ਬਹਿਰੂਪੀਏ ਨੇ ਸਾਹਿਬ। SYL ਦੇ ਉੱਤੇ ਤੇਰਾ ਕੀ ਸਟੈਂਡ ਹੈ? ਇਹ ਦੇਸ਼ ਭਗਤੀ ਖਾਰੀ ਖਤਮ ਹੋ ਗਈ। ਝੂਠ ਵੇਚ ਕੇ ਸਰਕਾਰ ਬਣਾਉਣੀ ਹੈ। ਇਸ ਯੋਗਦਾਨ ਦੇ ਵਿੱਚ ਮੈਂ ਤੁਹਾਨੂੰ ਤਾਂ ਕਹਿ ਰਿਹਾ, NRI ਭਰਾਵੋ, ਮੈਂ ਤੁਹਾਨੂੰ ਤਾਂ ਕਹਿ ਰਿਹਾ, ਹਿੱਸੇਦਾਰ ਬਣੋ। ਡਾਲਰ ਦੇਣ ਨਾਲੋਂ ਵੱਧ ਲੋਕਾਂ ਨੂੰ ਕਨਵਿੰਸ ਕਰੋ ਕਿ ਭਾਈ ਇਮਾਨਦਾਰਾਂ ਦੀ ਜੈ ਜੈਕਾਰ ਹੋਵੇ। ਪੰਜਾਬ ਨੂੰ ਬਦਲਣ ਵਾਲਿਆਂ ਨੂੰ ਅੱਗੇ ਲਿਆਈਏ, ਤੇ ਜੇ ਪੰਜਾਬ ਨੂੰ ਬਦਲਣ ਵਾਲਿਆਂ ਨੂੰ ਅੱਗੇ ਨਾ ਲਿਆਏ, ਤੇ ਇਹੀ ਮਾਫੀਆ ਆ ਗਿਆ, ਇਹੀ ਸਿਸਟਮ ਆ ਗਿਆ, ਤੇ ਅਸੀਂ ਮਰ ਜਾਵਾਂਗੇ। ਮੈਂ ਅਖੀਰ ਦੇ ਵਿੱਚ ਤੁਹਾਨੂੰ ਇਹੋ ਕਹਿਣਾ, ਇੱਕੋ ਗੱਲ ਕਹਿਣੀ ਹੈ ਕਿ ਜੇ ਤੁਸੀਂ ਇਹ ਨਾ ਕੀਤਾ, ਤੇ ਨਵਜੋਤ ਸਿੰਘ ਸਿੱਧੂ ਤੁਹਾਨੂੰ ਹਮੇਸ਼ਾ ਸੱਜੀ ਬਾਂਹ ਸਮਝਦਾ, ਤੇ ਮੈਂ ਸਮਝ ਲੂੰ ਭਾਈ ਮੇਰੀ ਸੱਜੀ ਬਾਂਹ ਟੁੱਟ ਗਈ, ਤੇ ਉਹ ਲੱਗ ਗਿਆ, ਕੀ ਕਹਿੰਦੇ ਹੁੰਦੇ ਨੇ ਉਹਨੂੰ, ਉਹ ਪਲਸਤਰ ਜਿਹਾ ਲੱਗ ਗਿਆ, ਤੇ ਭਾਈ ਐ ਤੁਰ ਫੇਰ ਠੀਕ ਕਰ ਲਾਂਗੇ। ਲੇਕਿਨ ਜੇ ਮੇਰੀ ਸੱਜੀ ਬਾਂਹ ਚੱਲੀ, ਤੇ NRI ਵੀਰ ਸੱਚੇ ਦਿਲੋਂ ਅੱਗੇ ਨਿਕਲੇ, ਡਾਲਰ ਦੇਣ ਵਾਸਤੇ ਨਹੀਂ, ਪੰਜਾਬ ਨੂੰ ਬਦਲਣ ਲਈ, ਤੇ ਮੈਂ ਕਹਿੰਦਾ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜਿਹੜੀ ਇਮਾਨਦਾਰਾਂ ਨੂੰ ਅੱਗੇ ਨਹੀਂ ਲੈ ਕੇ ਆਏਗੀ। ਠੋਕ ਕੇ ਕਹਿੰਦਾ ਕੋਈ ਤਾਕਤ। ਅਬ ਇੰਜਣ ਐਤਕੀ ਕੰਕੜ ਪੱਥਰ ਨਹੀਂ ਤਰਾਸ਼ਣੇ, ਹੀਰੇ ਤਰਾਸ਼ਣੇ, ਬੱਬਰ ਸ਼ੇਰ ਅੱਗੇ ਲਿਆਉਣੇ। ਇਹ ਤਰੀਕਾ ਹੈ। ਤੇ ਜੇ ਐਤਕੀ ਇਹ ਮੌਕਾ ਗਵਾ ਲਿਆ, ਤੇ ਇਮਾਨਦਾਰ ਰਹਿ ਗਏ, ਫਿਰ ਸ਼ਿਕਾਇਤ ਨਾ ਕਰੇ। ਫਿਰ ਕਿਸੇ ਇਮਾਨਦਾਰ ਨੇ ਮੁੜ ਕੇ ਅੱਗੇ ਨਹੀਂ ਆਉਣਾ, ਫਿਰ ਉਹਨੇ ਜੀਵਨ ਦਾਅ ਨਹੀਂ ਲਾਉਣਾ, ਫਿਰ ਉਹਨੇ ਉਸ ਸਟੇਜ ਦੇ ਉੱਤੇ ਆ ਕੇ ਨਹੀਂ ਲੜਨਾ ਜਿਸ ਸਟੇਜ ਦੇ ਉੱਤੇ ਉਹਨੂੰ ਆਪਣੇ ਜ਼ਿੰਦਗੀ ਦੀ ਵੀ ਯੋਗੀਆਂ ਵਾਂਗ ਬੰਧਨ ਸਾਰੇ ਕੱਟ ਕੇ, ਸਾਰਾ ਕੁਝ ਛੱਡ ਕੇ, ਰੁਪਈਆ ਪੈਸਾ ਤਿਆਗ ਕੇ ਇੱਕ ਪੰਜਾਬ ਨੂੰ ਬਦਲਣ ਦੀ ਤਾਂਘ ਲੈ ਕੇ ਫਿਰ ਕਿਸੇ ਨੇ ਅੱਗੇ ਨਹੀਂ ਆਉਣਾ। ਇਸ ਕਰਕੇ ਸਭ ਨੂੰ ਸਿਆਸੀ ਹੋਣਾ ਪਊ, ਸਭ ਨੂੰ ਖੜਨਾ ਪਊ, ਸਭ ਨੂੰ ਦਿਨ ਦੇ 3-4 ਘੰਟੇ ਲਾਉਣੇ ਪੈਣਗੇ।
ਘਰੇ ਬੈਠ ਕੇ ਨਹੀਂ ਆਉਣਾ, ਸੁੱਤੇ ਸ਼ੇਰ ਦੇ ਮੂੰਹ ਦੇ ਵਿੱਚ ਹਿਰਨ ਖੁਦ ਚੱਲ ਕੇ ਨਹੀਂ ਆਉਂਦਾ, ਉਹਨੂੰ ਸ਼ਿਕਾਰ ਕਰਨਾ ਪੈਂਦਾ। ਇਸ ਕਰਕੇ ਮੈਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਖਾਸ ਤੌਰ ਤੇ ਭਾਜੀ ਉਹਨਾਂ ਦਾ, ਔਰ ਇਹੋ ਜਿਹੇ ਕਈ ਹੋਰ ਇਹੋ ਜਿਹੇ ਲੋਕ ਜਿਨ੍ਹਾਂ ਦੇ ਜਜ਼ਬਾਤ ਫੜਕੇ, ਅੱਜ ਜਜ਼ਬਾਤ ਵੀ ਫੜਕੇ, ਡੌਲੇ ਵੀ ਫੜਕੇ। ਬਾਕੀ ਅਗਰ ਫੇਰ ਇਲੈਕਸ਼ਨ ਹੁੰਦੀ ਹੈ, ਲੰਬੂ ਦੀ ਪਰਵਾਹ ਨਾ ਕਰੋ, ਇਹਦੇ ਧੂਆਂ ਨਿਕਲੇਗਾ ਚਾਰੇ ਪਾਸੋਂ, ਪਰਵਾਹ ਨਾ ਕਰੋ ਤੁਸੀਂ। ਸਿੱਧੂ ਸਾਹਿਬ ਤੁਸੀਂ ਵੀ ਪਰਵਾਹ ਨਾ ਕਰੋ, ਤੁਹਾਡੀਆਂ ਮਾਮਾ ਨਹੀਂ ਟੁੱਟਣ ਦਿੱਤੇ, ਸਾਰੇ ਭਰਾ ਤੁਹਾਡੇ ਨਾਲ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਕਿੱਕੀਆਂ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਤਹਿ ਦਿਲੋਂ। ਇਹਨਾਂ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਫੰਕਸ਼ਨ ਅਰੇਂਜ ਕੀਤਾ, ਤੇ ਮੈਂ ਉਸ ਤੋਂ ਪਹਿਲਾਂ NRIਆਂ ਦੇ ਲਈ ਇੱਕ ਪ੍ਰੋਪਰ ਰੋਡ ਮੈਪ ਪੰਜਾਬ ਮਾਡਲ ਦਾ ਉਹ ਤੁਹਾਨੂੰ ਦਿੱਤਾ। ਖਾਸ ਤੌਰ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਉਹਦੇ ਚ ਸਾਰੀਆਂ ਤੁਹਾਡੀਆਂ ਰੀਗਲ ਰੈਂਗਲਸ, ਅਸੀਂ NRI ਕਮਿਸ਼ਨ ਬਣਾਉਣ ਦੀ ਗੱਲ ਕੀਤੀ ਹੈ। ਇੱਕ ਸਿੰਗਲ ਵਿੰਡੋ ਸਿਸਟਮ ਕਿ ਅਗਰ NRI ਨੇ ਇੱਥੇ ਆਉਣਾ, ਉਹਨੂੰ ਕਿਸੇ ਥਾਣੇ 'ਚ ਜਾਣਾ ਨਾ ਪਵੇ, ਕਿਸੇ SSP ਕੋਲ ਜਾਣਾ ਨਾ ਪਵੇ, ਕਿਸੇ ਕੋਲ ਧੱਕੇ ਨਾ ਖਾਣੇ ਪੈਣ, ਇੱਕ ਸਿੰਗਲ ਵਿੰਡੋ ਸਿਸਟਮ ਦੇ ਉੱਤੇ ਜਾ ਕੇ ਉਹ ਆਪਣੀ ਗੱਲ ਰੱਖ ਸਕੇ। ਇਸ ਕਰਕੇ ਲੜਾਈ ਨੇਕੀ ਬਦੀ ਦੀ ਹੈ, ਧਰਮ ਅਧਰਮ ਦੀ ਹੈ, ਬਦਲਾਵ ਔਰ ਮਾਫੀਏ ਦੀ ਹੈ। ਜਾਂ ਤੇ ਟਾਂਡਿਆਂ ਵਾਲੀ ਹੈ ਨਹੀਂ, ਜਾਂ ਭਾਂਡਿਆਂ ਵਾਲੀ ਹੈ ਨਹੀਂ, ਜਾਂ ਮਾਫੀਆ ਹੈ ਨਹੀਂ, ਤੇ ਜਾਂ ਸਿੱਧੂ ਹੈ ਨਹੀਂ। ਬੋਲੇ ਸੋ ਨਿਹਾਲ।